Hanji students, next topic is how do birds fly. We are going to study about this. Now, first of all, you should have a book in front of you and read with me. Birds have boat-shaped bodies and well-developed wings. Well-developed wings that help them fly. The bones of birds are hollow and filled with air. This makes the body of the bird light and makes it easier for them to fly. The bodies of birds are covered with feathers. Feathers are of three types: body feathers, flight feathers, and down feathers. In some birds, the body feathers are bright and colorful. They give the body its shape. Flight feathers are long, flat, and strong. They are found on the wings and the tail and help the bird fly. Down feathers, soft and fluffy. They are present under the body feathers. They keep the bird warm. What is the meaning of this now? See, birds have boat-shaped bodies. Boat you have seen already. Boat ਜਿਹੜੀ ਹੁੰਦੀ ਹੈ ਬੱਚੇ ਜਿੱਦਾਂ ਕਿਸ਼ਤੀ ਹੁੰਦੀ ਆ, ਠੀਕ ਹੈ, ਉਹ birds have boat shaped bodies means ਕਿ birds ਦੀ ਜਿਹੜੀ body ਆ ਉਹ boat shaped ਹੈ. ਜਿੱਦਾਂ boat ਹੁੰਦੀ ਹੈ, ਜਿੱਦਾਂ ਦੀ ਕਿਸ਼ਤੀ ਹੁੰਦੀ ਆ, ਉੱਦਾਂ ਦੀ ਉਹਨਾਂ ਦੀ body ਹੁੰਦੀ ਆ. and well developed wings ਮਤਲਬ ਕਿ ਬਹੁਤ ਹੀ ਚੰਗੀ ਤਰ੍ਹਾਂ ਉਹਨਾਂ ਦੇ ਜਿਹੜੇ ਖੰਭ ਹੈ ਉਹ ਉੱਗੇ ਹੁੰਦੇ ਨੇ, ਮਤਲਬ ਕਿ ਨਿਕਲੇ ਹੁੰਦੇ ਨੇ. that help them fly means ਇਹ ਜਿਹੜੇ wings ਨੇ, ਜਿਹੜੇ ਖੰਭ ਨੇ, ਇਹ ਇਹਨਾਂ ਨੂੰ ਉੱਡਣ ਵਿੱਚ ਮਦਦ ਕਰਦੇ ਨੇ. The bones of birds are hollow and filled with air means ਜਿਹੜੀਆਂ bones ਨੇ birds ਦੀਆਂ ਜਿਹੜੀਆਂ bones ਨੇ, ਹੱਡੀਆਂ ਨੇ, ਉਹ hollow and filled with air. hollow means ਬਹੁਤ ਹੀ ਹੌਲੀਆਂ, ਹੈ ਨਾ, ਜਿਹੜੀਆਂ ਮਤਲਬ ਕਿ ਜ਼ਿਆਦਾ ਭਾਰੀਆਂ ਨਹੀਂ ਹੁੰਦੀਆਂ, ਉਹਨਾਂ ਨੂੰ hollow ਕਹਿੰਦੇ ਨੇ, ਬਹੁਤ ਹੀ ਹੌਲੀਆਂ. and filled with air ਹਵਾ ਦੇ ਨਾਲ, ਮਤਲਬ ਕਿ ਹਵਾ ਦੇ ਵਾਂਗ ਉਹ ਹਵਾ ਭਰੀ ਹੁੰਦੀ ਜਿੱਦਾਂ, ਇੱਦਾਂ ਮਤਲਬ ਕਿ ਬਹੁਤ ਹੀ ਹੌਲੀਆਂ ਹੁੰਦੀਆਂ ਨੇ. this makes the body of the bird light and makes it easier for them to fly. this means ਕਿ ਜਿਹੜੀ ਬੋਡੀ ਆ, this makes the body of the bird ਮਤਲਬ ਕਿ ਆਹੀ ਚੀਜ਼ਾਂ ਜਿਹੜੀਆਂ ਨੇ, hollow bones ਜਿਹੜੀਆਂ ਨੇ, ਇਹੀ ਜਿਹੜੀਆਂ ਨੇ ਇਹਨਾਂ ਨੂੰ ਉੱਡਣ ਵਿੱਚ ਮਦਦ ਕਰਦੀਆਂ ਨੇ, ਠੀਕ ਹੈ. this makes the body of the bird light and makes it easier them to fly. ਜਿਹੜੀ ਮਤਲਬ ਕਿ ਇਹਨਾਂ ਦੀ ਬੋਡੀ ਜਿਹੜੀ ਆ ਉਹ ਲਾਈਟ ਹੁੰਦੀ ਆ, ਬਹੁਤ ਹੌਲੀ ਹੁੰਦੀ ਆ. ਸ਼ਾਇਦ ਤੁਸੀਂ ਕਦੀ ਚਿੜੀ ਫੜੀ ਹੋਵੇ ਹੱਥ ਵਿੱਚ, ਜਾਂ ਕੋਈ ਪੰਛੀ ਇਸ ਤਰ੍ਹਾਂ ਦਾ ਫੜਿਆ ਹੋਵੇ, ਜਿਵੇਂ ਤੋਤਾ ਹੋ ਗਿਆ ਜਾਂ ਘੁੱਗੀ ਹੋ ਗਈ, ਕੋਈ ਵੀ ਇਸ ਤਰ੍ਹਾਂ ਦਾ ਪੰਛੀ ਜਿਹੜਾ ਤੁਸੀਂ ਹੱਥ ਵਿੱਚ ਫੜਿਆ ਹੋਵੇ, ਉਹਨੂੰ ਤੁਸੀਂ ਮਹਿਸੂਸ ਕਰੋਗੇ ਕਿ ਉਹ ਕਿੰਨਾ ਹੌਲਾ ਆ. ਉਹ ਹੌਲਾ ਕਿਉਂ ਹੁੰਦਾ ਆ? ਕਿਉਂਕਿ ਉਹਦੀਆਂ ਹੋਲੋ ਬੋਨਸ ਹੁੰਦੀਆਂ ਨੇ, ਤਾਂ ਹੀ ਉਹ ਮਤਲਬ ਕਿ ਹਵਾ ਦੇ ਵਿੱਚ ਬੜੇ ਆਰਾਮ ਨਾਲ ਉੱਡ ਸਕਦਾ ਆ. ਸੋ ਦਿਸ ਮੀਨਸ ਕਿ ਜਿਹੜੀਆਂ ਉਹਨਾਂ ਦੀਆਂ ਹੋਲੋ ਬੋਨਸ ਨੇ, this makes the body of the bird light ਮਤਲਬ ਕਿ ਜਿਹੜੀ ਬੋਡੀ ਆ ਬਰਡ ਦੀ, ਪੰਛੀ ਦੀ ਜਿਹੜੀ ਬੋਡੀ ਆ, ਸਰੀਰ ਆ, ਉਹਨੂੰ ਲਾਈਟ ਕਰਕੇ ਰੱਖਦਾ, ਮਤਲਬ ਕਿ ਉਹਨੂੰ ਹੌਲਾ ਕਰਕੇ ਰੱਖਦਾ. ਐਂਡ ਮੇਕ ਇਟ ਈਜ਼ੀਅਰ ਫॉर them to fly ਫਿਰ ਉਹਨਾਂ ਨੂੰ ਈਜ਼ੀਅਰ ਹੋ ਜਾਂਦਾ, ਸੌਖਾ ਹੋ ਜਾਂਦਾ ਆ ਉੱਡਣ ਵਾਸਤੇ. the bodies of the birds are covered with feathers ਮਤਲਬ ਕਿ ਜਿਹੜੀ ਬੋਡੀ ਹੁੰਦੀ ਆ ਬਰਡਸ ਦੀ, ਜਿਹੜੇ ਪੰਛੀਆਂ ਦੀ ਜਿਹੜੀ ਬੋਡੀ ਹੁੰਦੀ ਆ, ਸਰੀਰ ਹੁੰਦਾ ਆ, ਉਹ ਖੰਭਾਂ ਦੇ ਨਾਲ ਪੂਰਾ ਕਵਰ ਹੁੰਦਾ ਆ, ਠੀਕ ਹੈ. ਉਹ ਤਾਂ ਤੁਸੀਂ ਵੇਖਿਆ ਹੀ ਹੋਣਾ ਆ ਕਿ ਵੀ ਜਿਹੜਾ ਪੰਛੀ ਆ ਉਹ ਜਿਹੜੇ ਆ ਸਾਰੇ ਜਿਹੜੇ ਉਹਦੇ ਖੰਭ ਹੁੰਦੇ ਆ ਉਹਦੇ ਨਾਲ ਉਹ ਕਵਰ ਹੁੰਦਾ ਆ. ਫੈਦਰਸ ਆਰ 3 types ਫੈਦਰਸ ਅੱਗੇ ਜਿਹੜੇ ਖੰਭ ਨੇ ਉਹ ਕਿੰਨੇ ਤਰ੍ਹਾਂ ਦੇ ਨੇ? 3 ਤਰ੍ਹਾਂ ਦੇ. ਫਸਟ ਇਜ਼ ਬੋਡੀ ਫੈਦਰਸ, second is flight feathers, and third one is down feathers. Body feathers, flight feathers
and down feathers. We will study about these in this paragraph. Next paragraph, that is, in some birds the body feathers are bright and colorful. ਕੁਛ ਕੁ ਜਿਹੜੇ ਬਰਡਸ ਹੁੰਦੇ ਨੇ ਉਹਨਾਂ ਦੇ ਜਿਹੜੇ ਫੈਦਰਸ ਹੁੰਦੇ ਨੇ, ਖੰਭ ਹੁੰਦੇ ਨੇ, ਬ੍ਰਾਈਟ ਹੁੰਦੇ ਨੇ ਅਤੇ ਕਲਰਫੁਲ ਹੁੰਦੇ ਨੇ। ਬ੍ਰਾਈਟ ਮਤਲਬ ਚਮਕਦਾਰ, ਕਲਰਫੁਲ ਮਤਲਬ ਰੰਗ ਬਿਰੰਗੇ। ਸੋ ਉਹਨਾਂ ਦੇ ਜਿਹੜੇ ਬੋਡੀ ਦੇ ਜਿਹੜੇ ਖੰਭ ਨੇ ਉਹ ਬ੍ਰਾਈਟ, ਚਮਕਦਾਰ ਅਤੇ ਰੰਗ ਬਿਰੰਗੇ ਹੁੰਦੇ ਨੇ। ਦੇ ਗਿਵ ਦਾ ਬੋਡੀ ਇਟਸ ਸ਼ੇਪ। ਜਿਹੜੇ ਬੋਡੀ ਫੈਦਰਸ ਹੁੰਦੇ ਨੇ ਉਹ ਬੋਡੀ ਨੂੰ ਸ਼ੇਪ ਦਿੰਦੇ ਆ। ਬੋਡੀ ਫੈਦਰਸ ਬੋਡੀ ਨੂੰ ਸ਼ੇਪ ਦਿੰਦੇ ਆ। ਉਹ ਬ੍ਰਾਈਟ ਹੁੰਦੇ ਨੇ ਅਤੇ ਕਲਰਫੁਲ ਹੁੰਦੇ ਨੇ। ਸੋ ਨੈਕਸਟ ਇਜ਼ ਫਲਾਈਟ ਫੈਦਰਸ ਆਰ ਲੌਂਗ, ਫਲੈਟ ਐਂਡ ਸਟਰੋਂਗ। ਫਲਾਈਟ ਫੈਦਰਸ ਜਿਹੜੇ ਹੁੰਦੇ ਨੇ ਉਹ ਲੰਬੇ ਹੁੰਦੇ ਨੇ। ਫਲੈਟ ਮਤਲਬ ਬਿਲਕੁਲ ਪੱਧਰੇ ਹੁੰਦੇ ਨੇ, ਮਤਲਬ ਕਿ ਉੱਪਰ ਨੀਚੇ ਨਹੀਂ ਹੁੰਦੇ, ਬਿਲਕੁਲ ਪਲੇਨ ਹੁੰਦੇ ਨੇ। ਐਂਡ ਸਟਰੋਂਗ, ਸਟਰੋਂਗ ਮਤਲਬ ਮਜ਼ਬੂਤ ਹੁੰਦੇ ਨੇ। ਸੋ ਦੇ ਆਰ ਫਾਊਂਡ ਔਨ ਦ ਵਿੰਗਸ ਐਂਡ ਦ ਟੇਲ। ਮਤਲਬ ਕਿ ਜਿਹੜੇ ਖੰਭ ਨੇ, ਜਿਹੜੇ ਬੋਡੀ ਫੈਦਰਸ ਨੇ, ਉਹਨਾਂ ਦੇ ਉੱਤੇ ਇਹ ਜਿਹੜੇ ਖੰਭ ਨੇ ਇਹ ਪਾਏ ਜਾਂਦੇ ਨੇ ਅਤੇ ਟੇਲ ਦੇ ਲਾਗੇ ਵੀ। ਠੀਕ ਹੈ, ਟੇਲ ਦੇ ਲਾਗੇ ਮੀਨਸ ਟੇਲ ਦੇ ਲਾਗੇ ਆ ਜਿਹੜੇ ਖੰਭ ਨੇ, ਦੇਖੋ ਜਿਹੜੇ ਉਹਨੇ ਉੱਡੇ ਹੋਏ ਜਿਹੜੇ ਉਹਦੇ ਖੰਭ ਨੇ। ਨੋ ਆਈ ਵਿਲ ਸ਼ੋ ਹੇਅਰ, ਸੀ ਹੇਅਰ। ਇਹਦੇ ਖੰਭ ਜਿਹੜੇ ਆ ਇਹ ਕਿੱਥੋਂ ਤੱਕ ਨੇ? ਟੇਲ ਤੱਕ ਨੇ ਅਤੇ ਬੋਡੀ ਦੇ ਉੱਪਰ ਨੇ, ਬੋਡੀ ਫੈਦਰਸ ਦੇ ਉੱਪਰ ਨੇ। ਸੋ ਦਿਸ ਮੀਨਸ ਕਿ ਫਲਾਈਟ ਫੈਦਰਸ ਆਰ ਲੌਂਗ, ਲੰਬੇ ਹੁੰਦੇ ਨੇ। ਲੌਂਗ ਦੇਖੋ ਲੌਂਗ ਹੁੰਦੇ ਨੇ। ਫਲੈਟ ਦੇਖੋ ਬਿਲਕੁਲ ਫਲੈਟ ਨੇ। ਠੀਕ ਹੈ। ਐਂਡ ਸਟਰੋਂਗ, ਸਟਰੋਂਗ ਮਤਲਬ ਮਜ਼ਬੂਤ ਹੈ ਨਾ। ਦੇ ਆਰ ਫਾਊਂਡ ਔਨ ਦ ਵਿੰਗਸ ਐਂਡ ਦ ਟੇਲ। ਮਤਲਬ ਕਿ ਖੰਭ ਦੇ ਉੱਤੇ ਖੰਭ ਹੁੰਦੇ ਨੇ, ਬੋਡੀ ਫੈਦਰਸ ਉੱਤੇ ਖੰਭ ਹੁੰਦੇ ਨੇ ਐਂਡ ਟੇਲ ਦੇ ਲਾਗੇ। ਐਂਡ ਹੈਲਪ ਦ ਬਰਡ ਫਲਾਈ, ਫਿਰ ਉੱਡਣ ਵਿੱਚ ਉਹਨਾਂ ਨੂੰ ਮਦਦ ਕਰਦੇ ਨੇ। ਐਂਡ ਡਾਊਨ ਫੈਦਰਸ ਆਰ ਸੋਫਟ ਐਂਡ ਫਲਫੀ। ਡਾਊਨ ਫੈਦਰਸ ਜਿਹੜੇ ਨੇ ਉਹ ਸੋਫਟ ਹੁੰਦੇ ਨੇ, ਬਹੁਤ ਹੀ ਸੋਫਟ। ਆ ਜਿੱਦਾਂ ਆਹ ਵਾਲਾ ਨਾ, ਆਹ ਦੇਖੋ ਤੁਹਾਨੂੰ ਦੱਸਿਆ ਹੋਇਆ ਡਾਊਨ ਫੈਦਰ ਇੱਦਾਂ ਦੇ ਹੁੰਦੇ ਨੇ, ਬਹੁਤ ਹੀ ਸੋਫਟ ਜਿੱਦਾਂ ਕਾਟਨ ਹੁੰਦਾ ਹੈ। ਐਂਡ ਫਲਫੀ, ਪੋਲਾ ਪੋਲਾ ਹੁੰਦਾ ਹੈ ਬਹੁਤ ਹੀ। ਐਂਡ ਦੇ ਆਰ ਪ੍ਰੈਜ਼ੈਂਟ ਅੰਡਰ ਦ ਬੋਡੀ ਫੈਦਰਸ। ਜਿਹੜੇ ਇਹ ਹੈਗੇ ਨੇ ਇਹ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ? ਬੋਡੀ ਫੈਦਰਸ 'ਤੇ। ਠੀਕ ਹੈ, ਜਿਹੜੀ ਬੋਡੀ ਹੁੰਦੀ ਹੈ ਨਾ ਉੱਤੇ, ਮੀਨਸ ਆ ਜਿਹੜੀ ਬੋਡੀ ਆ ਇਹਦੀ ਬਹੁਤ ਫਲਫੀ, ਸੋਫਟ ਐਂਡ ਫਲਫੀ ਹੁੰਦੀ ਆ। ਨੈਕਸਟ ਇਜ਼ ਦੇ ਕੀਪ ਦ ਬਰਡ ਵਾਰਮ। ਠੀਕ ਹੈ, ਇਹ ਜਿਹੜੇ ਅੰਦਰ ਵਾਲੇ ਜਿਹੜੇ ਇਹਨਾਂ ਦੇ ਸੋਫਟ ਆ ਇੱਥੇ ਵੀ ਹੁੰਦੇ ਆ। ਠੀਕ ਹੈ, ਬਹੁਤ ਹੀ ਸੋਫਟ ਹੁੰਦੇ ਆ। ਇਹ ਜਿਹੜੇ ਖੰਭ ਹੁੰਦੇ ਆ ਇਹ ਇਹਨਾਂ ਨੂੰ ਕੀ ਨਿੱਘਿਆਂ ਕਰਕੇ ਰੱਖਦੇ ਆ। ਇਹ ਖੰਭ ਜਿਹੜੇ ਇਹਨਾਂ ਨੂੰ ਨਿੱਘ ਦੇ ਕੇ ਰੱਖਦੇ ਨੇ, ਮਤਲਬ ਕਿ ਬੋਡੀ ਜਿਹੜੀ ਇਹਨਾਂ ਦੀ ਉਹ ਵਾਰਮ ਰਹਿੰਦੀ ਆ। ਆ ਜਿਹੜੀ ਬੋਡੀ ਇਹਨਾਂ ਦੀ ਵਾਰਮ ਰਹਿੰਦੀ ਆ। ਆ ਜਿਹੜੇ ਖੰਭ ਨੇ ਇਹਦੇ ਨਾਲ ਲੱਗੇ ਹੋਏ ਨੇ। ਜਿਹੜੇ ਵਿੰਗਸ ਨੇ ਉਹ ਤਾਂ ਉੱਪਰ ਉੱਡ ਗਏ, ਫਲਾਈਟ ਫੈਦਰਸ ਤਾਂ ਉੱਪਰ ਉੱਡ ਰਹੇ ਨੇ। ਠੀਕ ਹੈ, ਮਤਲਬ ਕਿ ਉੱਪਰ ਨੂੰ ਆ। ਅਤੇ ਪਰ ਜਿਹੜੇ ਬੋਡੀ ਜਿਹਨਾਂ ਨੂੰ ਵਾਰਮ ਕਰਕੇ ਰੱਖਦੇ, ਜਿਹੜੇ ਫੈਦਰਸ ਬੋਡੀ ਨੂੰ ਵਾਰਮ ਕਰਕੇ ਰੱਖਦੇ ਨੇ ਉਹ ਨਾਲ ਹੀ ਜੁੜੇ ਹੋਏ ਨੇ, ਸਟਿਲ ਨਾਲ ਨੇ ਜਦੋਂ ਉੱਡ ਵੀ ਰਹੇ ਆ ਪੰਛੀ। ਨੈਕਸਟ ਕੀ ਆ? ਦ ਟੇਲ ਹੈਲਪ ਦ ਬਰਡ ਚੇਂਜ ਡਾਇਰੈਕਸ਼ਨ ਵਾਈਲ ਫਲਾਈਂਗ। ਮਤਲਬ ਕਿ ਜਿਹੜੀ ਟੇਲ ਆ ਉਹ ਬਰਡ ਦੀ ਡਾਇਰੈਕਸ਼ਨ ਨੂੰ ਚੇਂਜ ਕਰਦੀ ਆ। ਦ ਟੇਲ, ਟੇਲ ਜਿਹੜੀ ਆ ਬਰਡ ਦੀ ਉਹ ਉਹਨੂੰ ਚੇਂਜ, ਮਤਲਬ ਕਿ ਕਿੱਧਰ ਨੂੰ ਮੁੜ ਰਿਹਾ। ਜੇ ਇੱਧਰ ਨੂੰ ਮੁੜ ਰਿਹਾ ਤਾਂ ਉਹ ਜਿਹੜੀ ਟੇਲ ਆ ਉਹ ਉਹਨੂੰ ਮੁੜਨ ਵਿੱਚ ਉਹਦੀ ਮਦਦ ਕਰਦੀ ਹੈ। ਟੇਲ ਹੈਲਪ ਦ ਬਰਡ ਚੇਂਜ। ਹੈਲਪ ਮਤਲਬ ਮਦਦ ਕਰਨਾ। ਠੀਕ ਹੈ, ਦੈਟ ਯੂ ਆਲ ਨੋਜ਼ ਕਿ ਹੈਲਪ ਦਾ ਮਤਲਬ ਮਦਦ ਕਰਨਾ ਹੁੰਦਾ ਆ। ਦ ਟੇਲ ਹੈਲਪਸ ਦ ਬਰਡ ਚੇਂਜ ਡਾਇਰੈਕਸ਼ਨ ਵਾਈਲ ਫਲਾਈਂਗ। ਡਾਇਰੈਕਸ਼ਨ ਚੇਂਜ ਕਰਨ ਵਿੱਚ ਉਹਦੀ ਮਦਦ ਕਰਦੀ ਆ। ਸਮ ਬਰਡਸ ਕੈਨ ਫਲਾਈ ਔਨ ਸ਼ਾਰਟ ਡਿਸਟੈਂਸ because their bodies are too heavy. For example, hens, turkey and peacocks. Means कुछ को birds, ठीक है, some birds, कुछ को birds can fly, ਉੱਡ ਸਕਦੇ ਨੇ only short distance, ਬਸ ਥੋੜ੍ਹਾ ਜਿਹਾ distance, ਜ਼ਿਆਦਾ ਨਹੀਂ। ਇੱਥੋਂ ਲੈ ਕੇ ਇੱਥੋਂ ਤੱਕ ਉੱਡ ਜਾਣਗੇ ਜਾਂ ਇੱਥੋਂ ਲੈ ਕੇ ਥੋੜ੍ਹੀ ਦੂਰ ਤੱਕ ਉੱਡ ਜਾਣਗੇ, ਬਸ ਨੈਕਸਟ ਹੋਰ ਕੁਛ ਨਹੀਂ। ਇਹਦਾ ਮਤਲਬ ਕਿ ਸ਼ਾਰਟ ਡਿਸਟੈਂਸ ਕਰ ਸਕਦੇ ਨੇ ਕਵਰ। ਬਿਕੋਜ਼ ਦੇਅਰ ਬੋਡੀਜ਼ ਆਰ ਟੂ ਹੈਵੀ। ਉਹਨਾਂ ਦੀਆਂ ਬੋਡੀਜ਼ ਜਿਹੜੀਆਂ ਨੇ ਕਾਫੀ ਹੈਵੀ ਹੁੰਦੀਆਂ ਨੇ। ਕਿਉਂ? ਕਿਉਂਕਿ ਉਹਨਾਂ ਦੀ ਬੋਨਸ ਹੈਵੀ ਨੇ। ਇਫ ਦ ਬੋਨਸ ਆਰ ਹੈਵੀ ਦੈਨ ਓਨਲੀ ਦੇ ਕਾਂਟ ਫਲਾਈ। ਬਰਡਸ ਹੈਵ ਹੋਲੋ ਬੋਨਸ, ਹੈ ਨਾ। ਬਰਡਸ ਹੈਵ ਹੋਲੋ ਬੋਨਸ, ਸੋ ਦੇ ਫਲਾਈ ਇਨ ਦ ਏਅਰ। ਤੇ ਹੈਂਸ, ਟਰਕੀ, ਪੀਕੌਕ, ਦੇ ਹੈਵ ਹਾਰਡ ਬੋਨਸ, ਹੈਵੀ ਬੋਨਸ ਹੁੰਦੀਆਂ ਨੇ ਜਿਹਦੇ ਕਰਕੇ ਉਹ ਜਿਹੜੀਆਂ ਨੇ ਨਹੀਂ ਉੱਡ ਸਕਦੇ।
देयर बॉडीज़ आर टू हैवी, इन्हां दी बॉडी जिहड़ी है काफ़ी हैवी आ, जिहदे करके ये नहीं उड़ सकते। फॉर एग्जाम्पल हैंस, टर्की एंड पीकॉक। द एग्जाम्पल ऑफ द बर्ड्स दैट कैन नॉट फ्लाई टू हाई, only they can fly a short distance, ਜਿਹੜੇ मतलब कि सिर्फ short distance ही कवर कर सकते हैं उड़ के। ਉਹ ਪੰਛੀ ਕਿਹੜੇ ਨੇ, ठीक है, ਉਹ birds ਕਿਹੜੇ ਨੇ, that are hens, turkey and peacock. So next is birds such as pigeon, swallows and crows can fly long distances. Sparrow fly very low, while birds such as eagles, vultures and kites fly at great heights. Ostrich and emu cannot fly at all, but they can run at great speed. What is the meaning of this one? You can see the pigeon, you can see the kite, you can see the ostrich, you can see the emu also. So what is this? Birds such as pigeon, swallow and crows can fly long distance, मतलब कि ये long distance cover कर सकते हैं, लंबा रास्ता तय कर सकते हैं, ठीक है। पर स्पैरो फ्लाई वेरी लो, स्पैरोज जड़ियाँ ने बहुत नीचे नूं उड़दियां ने। वाइल बर्ड्स सच एज ईगल्स, वल्चर्स एंड काइट्स फ्लाई एट ग्रेट हाइट्स। जड़ियाँ ईगल्स ने, वल्चर्स ने, काइट्स ने, ये तिन्ने जड़े है ना, ये बच्चे ये मांस खाते ने। ईगल, वल्चर ते काइट्स मांस खाते ने, मांसाहारी ने, ते ये बहुत ही ਉੱਚੀ ਹਾਈਟ ਤੇ ਹੁੰਦੇ ਨੇ, ਗ੍ਰੇਟ ਹਾਈਟ। ਇੱਦਾਂ ਲੱਗਦਾ ਜਿਵੇਂ ਬੱਦਲ ਦੇ ਵਿੱਚ ਜਾ ਰਹੇ ਹੁੰਦੇ ਨੇ। ਅਸੀਂ ਕਦੀ ਵੇਖਦੇ ਆ ਨਾ, ਜਦੋਂ ਬਾਹਰ ਆਪਾਂ ਸਰਦੀਆਂ ਦੇ ਵਿੱਚ ਬੈਠੇ ਹੁੰਦੇ ਆ ਤੇ ਆਪਾਂ ਵੇਖਦੇ ਆ ਉੱਪਰ ਬੱਦਲਾਂ ਵੱਲ, ਤੇ ਜੇ ਸਾਨੂੰ ਕਿਤੇ ਈਗਲ ਮਿਲ ਜੇ ਤੇ ਆਪਾਂ ਉਹਨੂੰ ਦੇਖਦੇ ਆ ਕਿ ਬਹੁਤ ਹੀ ਉੱਚੀ ਹੁੰਦੀ ਆ। ਦੈਟ ਮੀਨਸ ਇੱਦਾਂ ਲੱਗਦਾ ਜਿਵੇਂ ਬੱਦਲਾਂ ਦੇ ਵਿੱਚ ਆ। ਸੋ ਇਟ ਇਜ਼ ਨਾਟ ਇਨ ਦਾ ਸਕਾਈ, ਬੱਦਲ ਦੇ ਵਿੱਚ ਨਹੀਂ ਹੁੰਦੀ, ਬੱਦਲ ਵੀ ਉਸ ਤੋਂ ਉੱਪਰ ਕਈ ਗੁਣਾ ਹੁੰਦੇ ਨੇ ਉੱਪਰ, ਪਰ ਸਾਨੂੰ ਇੱਦਾਂ ਲੱਗਦਾ ਆ। ਪਰ ਜਿਹੜੀ ਸਪੈਰੋ ਆ, ਕ੍ਰੋ ਆ, ਪੀਕੌਕਸ ਨੇ, ਪੀਜਨ ਨੇ, ਸਵੋਲੋ ਨੇ, ਇਹ ਸਾਰੇ ਲੰਬਾ ਰਸਤਾ ਤਾਂ ਤੈਅ ਕਰ ਸਕਦੇ ਨੇ, ਬਟ ਦੇ ਕੈਨ ਨਾਟ ਫਲਾਈ ਵੈਰੀ ਹਾਈ, मतलब कि बहुत ਉੱਪਰ ਤੱਕ ਨਹੀਂ ਉੱਡ ਸਕਦੇ ਇਹ। ਦ ਸਪੈਰੋਸ ਫਲਾਈ ਵੈਰੀ ਲੋ, मतलब कि बहुत ਸਪੈਰੋ ਜਿਹੜੀ ਆ ਬਹੁਤ ਘੱਟ ਰਸਤਾ ਤੈਅ ਕਰਦੀ ਆ, ਪਲੱਸ ਇਹ ਜ਼ਿਆਦਾ ਉੱਚਾ ਵੀ ਨਹੀਂ ਉੱਡਦੀ, ਕਿਉਂਕਿ ਇਹਦੇ 'ਚ ਇੰਨੀ क्षमता ਨਹੀਂ ਹੁੰਦੀ ਕਿ ਵੀ ਇਹ ਜ਼ਿਆਦਾ ਦੂਰ ਤੱਕ ਜਾਵੇ। ਇੰਨੀ ਉਹਦੇ ਵਿੱਚ ਸਟਰੋਂਗ ਜਿਹੜੇ ਉਹਦੇ ਖੰਭ ਨਹੀਂ ਹੁੰਦੇ ਕਿ ਉਹ ਜ਼ਿਆਦਾ ਦੇਰ ਤੱਕ ਉੱਡ ਸਕੇ। ਸੋ ਨੈਕਸਟ ਇਜ਼ ਆਸਟ੍ਰਿਚ ਐਂਡ ਈਮੋਸ ਕੈਨ ਨਾਟ ਫਲਾਈ ਐਟ ਆਲ, ਬਟ ਦੇ ਕੈਨ ਰਨ ਐਟ ਗ੍ਰੇਟ ਸਪੀਡ। ਆਸਟ੍ਰਿਚ ਅਤੇ ਈਮੋਸ ਜਿਹੜੇ ਆ ਉਹ ਫਲਾਈ ਨਹੀਂ ਕਰ ਸਕਦੇ। ਆਸਟ੍ਰਿਚ ਐਂਡ ਈਮੋ ਦੇ ਕੈਨ ਨਾਟ ਫਲਾਈ, ਇਹ ਦੋਵੇਂ ਨਹੀਂ ਫਲਾਈ ਕਰ ਸਕਦੇ ਕਿਉਂਕਿ ਇਹਨਾਂ ਦੀ ਬੋਡੀ ਜਿਹੜੀ ਆ ਉਹ ਹੈਵੀ ਆ, ਪਰ ਇਹ ਬਹੁਤ ਤੇਜ਼ ਦੌੜਦੇ ਆ। if you have seen in the in your videos that I have sent you, ਜਿਹੜੀਆਂ ਵੀਡੀਓਜ਼ ਬੱਚੇ ਮੈਂ ਤੁਹਾਨੂੰ ਭੇਜੀਆਂ ਸੀ ਉਹ ਤੁਸੀਂ ਦੇਖੀਆਂ ਹੋਣਗੀਆਂ, ਤੇ ਉਹਦੇ ਵਿੱਚ ਤੁਸੀਂ ਦੇਖਿਓ ਕਿ ਮੈਂ ਤੁਹਾਨੂੰ ਦੱਸਿਆ ਆ ਕਿ ਇਹ ਆਸਟ੍ਰਿਚ ਅਤੇ ਈਮੋ ਬਹੁਤ ਹੀ ਗ੍ਰੇਟ ਸਪੀਡ ਵਿੱਚ ਦੌੜ ਰਹੇ ਨੇ, ਬਹੁਤ ਹੀ ਤੇਜ਼ ਦੌੜ ਰਹੇ ਨੇ, ਤੇ ਉਹਦੇ ਨਾਲ ਕੀ ਆ ਕਿ ਉਹ ਫਲਾਈ ਨਹੀਂ ਕਰ ਸਕਦੇ, ਮਤਲਬ ਉਹਨਾਂ ਦੀਆਂ ਬੋਨਸ ਜਿਹੜੀਆਂ ਨੇ ਉਹ ਹੈਵੀ ਨੇ, ਜਿਹਦੇ ਕਰਕੇ ਉਹ ਉੱਡ ਨਹੀਂ ਸਕਦੇ। ਜਿਹੜੇ ਵੀ ਪੰਛੀ ਉੱਡ ਨਹੀਂ ਸਕਦੇ, ਦੈਟ ਮੀਨਸ ਉਹਨਾਂ ਦੀਆਂ ਬੋਡੀਜ਼ ਜਿਹੜੀਆਂ ਨੇ ਉਹ ਕਾਫੀ ਹੈਵੀ ਨੇ, ਜਿਹਦੇ ਕਰਕੇ ਉਹ ਨਹੀਂ ਫਲਾਈ ਕਰ ਸਕਦੇ। ਈਮੋ ਅਤੇ ਆਸਟ੍ਰਿਚ ਬਹੁਤ ਤੇਜ਼ ਦੌੜਦੇ ਨੇ। ਹੈਂਸ, ਟਰਕੀ ਐਂਡ ਪੀਕੌਕ ਦੇ ਕੈਨ ਫਲਾਈ ਸ਼ਾਰਟ ਡਿਸਟੈਂਸ, ਬਟ they cannot fly at the high distance. So next comes how the wings work. This one is